सरकार ते वड्डा हमला बोलिया है बंदी ਸਿੰਘਾਂ ਦੀ रिहाई ਨੂੰ ਲੈ ਕੇ और हवाला दिता गया है बलात्कारियां ਨੂੰ रिहा ਕਰਨ ਦਾ। ਬਿਲਕਿਸ ਬਾਨੋ केस ਦੇ ਵਿੱਚ ਜਿਨ੍ਹਾਂ ਦੀ रिहाई हुई है उस तो बाद SGPC ने केंद्र सरकार ते हमला बोलिया कि जे बलात्कारी रिहा हो सकते ने तो बंदी सिंह क्यों नहीं, बंदी ਸਿੰਘਾਂ ਨੂੰ रिहा क्यों नहीं किया जा रहा, ये सवाल SGPC केंद्र सरकार ਨੂੰ पुछ रही है। ਉਹ ਜਿਹੜੀ ਬਿਲਕਿਸ ਬਾਨੋ ਜਿਹੜੀ 5 ਮਹੀਨੇ ਦੀ ਪ੍ਰੈਗਨੈਂਟ ਸੀ, ਜਿਸ ਵੇਲੇ ਉਹਦੇ ਨਾਲ ਜ਼ਿੰਮੇਵਾਰੀ ਤੌਰ ਤੇ ਗੈਂਗ ਰੇਪ ਹੋਇਆ ਔਰ ਉਹਦੇ ਵਿੱਚ ਉਸ ਟੱਬਰ ਦੇ ਲਗਭਗ 7 ਜੀ ਜਿਹੜੇ ਸੀਗੇ ਉਹ ਵੀ ਮਾਰੇ ਗਏ ਔਰ ਜਿਨ੍ਹਾਂ ਨੂੰ CBI ਦੀ ਕੋਰਟ ਨੇ ਲਾਈਫ ਇੰਪ੍ਰਿਜ਼ਨਮੈਂਟ ਦੀ ਸਜ਼ਾ ਦਿੱਤੀ ਸੀ और 15 अगस्त ਨੂੰ ਉਹਨਾਂ ਦੀ ਜਿਹੜੀ ਉਹ ਰਿਹਾਈ ਕਰ ਦਿੱਤੀ ਗਈ। ਤੇ ਮੈਂ ਭਰੇ ਮਨ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਉਹ ਕਿਹੜੇ ਕੇਸਾਂ ਦੇ ਵਿੱਚ ਅੰਦਰ ਸੀ ਜਿਨ੍ਹਾਂ ਦੇ ਵਿੱਚ ਬਲਾਤਕਾਰ ਤੇ ਕਤਲ ਦੇ ਮੁਕੱਦਮੇ, ਤੇ ਉਹਨਾਂ ਦੇ ਇੱਕ MLA ਸਾਹਿਬ ਉਹ ਕਹਿ ਰਹੇ ਆ ਕਿ ਇਹ ਜਿਹੜੇ ਮੁਲਜ਼ਮ ਸੀਗੇ ਇਹ ਇੰਟੈਂਸ਼ਨਲੀ ਨਹੀਂ ਕੀਤਾ ਤੇ ਇਹ ਜਿਹੜੇ ਆ ਦੇ ਆਰ ਹੈਵਿੰਗ ਗੁੱਡ ਕਰੈਕਟਰ। ਤੇ ਮੈਂ ਪੁੱਛਣਾ ਚਾਹੁੰਦਾ ਵੀ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ ਵਿੱਚ ਬੈਠੇ ਆ ਉਹ ਵਿਚਾਰਿਆਂ ਨੇ ਕੋਈ ਜਾਤ ਲਈ ਕਾਰਜ ਨਹੀਂ ਕੀਤਾ। 1984 ਦਾ ਬਲੂ ਸਟਾਰ ਵੱਡਾ ਘੱਲੂਘਾਰਾ ਹੋਇਆ, 1984 ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਦਿੱਲੀ ਤੇ ਕਾਨਪੁਰ ਦੀਆਂ ਸਟੇਟਾਂ ਵਿੱਚ ਹੋਰਨਾਂ ਸਟੇਟਾਂ ਵਿੱਚ ਵੀ ਕੀਤੀ ਗਈ। ਤੇ ਜੇ ਉਹਦੇ ਭਰੇ ਮਨ ਜਿਹਦਾ ਧਾਰਮਿਕ ਸਥਲ ਜਿੱਥੇ ਧਾਰਮਿਕ ਆਸਥਾ ਪੂਰੇ ਸਿੱਖ ਪੰਥ ਦੀ ਆ ਉਹਨੂੰ ਢਹਿ ਢੇਰੀ ਕੀਤਾ ਜਾਊਗਾ ਤੇ ਉਹ ਜਜ਼ਬਾਤ ਨਹੀਂ। ਸੋ ਮੈਂ ਕਹਿਣਾ ਚਾਹੁੰਦਾ ਕਿ ਜੇ ਜਜ਼ਬਾਤਾਂ ਤਹਿਤ ਉਹ ਆਰੋਪੀ ਰਿਹਾ ਕੀਤੇ ਜਾ ਸਕਦੇ ਜਿਨ੍ਹਾਂ ਤੇ ਐਂਟੀ ਸੋਸ਼ਲ ਜਿਹੜੇ ਚਾਰਜ ਲੱਗੇ ਆ, ਤੇ ਜਿਹੜੇ ਸਾਡੇ ਸਿੱਖ ਜਜ਼ਬਾਤਾਂ ਕਰਕੇ ਧਾਰਮਿਕ ਭਾਵਨਾਵਾਂ ਕਰਕੇ ਉਹ ਜੇ ਉਹਨਾਂ ਤਹਿਤ ਉਹਨਾਂ ਬਹਿਣਾ ਦੇ ਵਿੱਚ ਬਹਿ ਕੇ ਜੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੇ ਕੁਝ ਕੀਤਾ ਉਹਦੇ ਤਹਿਤ ਆਪਣੀ ਜਿਹੜੀ ਉਹ ਤਕਰੀਬਨ ਸਾਰੀ ਸਜ਼ਾ ਦੁੱਗਣੀ ਭੋਗ ਚੁੱਕੇ ਆ। ਤੇ ਜੇ ਦੁੱਗਣੀ ਸਜ਼ਾ ਭੋਗ ਚੁੱਕੇ ਆ ਤੇ ਫਿਰ ਉਹਨਾਂ ਦਾ ਵੀ ਅੱਜ ਅਧਿਕਾਰ ਆ ਕਿ ਉਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਪਹਿਲੀ ਗੱਲ ਤਾਂ ਇਹਨਾਂ ਨੂੰ ਪੂਰਾ ਐਡਵੋਕੇਟ ਨੇ, ਕਾਨੂੰਨ ਦੇ ਜਾਣਕਾਰ ਨੇ। ਬਿਲਕਿਸ ਬਾਨੋ ਦਾ ਜਿਹੜਾ ਕੇਸ ਆ ਉਹਦੇ 'ਚ ਜਿਹੜੀ ਉਮਰ ਕੈਦ ਹੋਈ ਸੀ, ਸੈਂਟੈਂਸ ਟਿਲ ਡੈਥ ਨਹੀਂ ਸੀ। ਉਹਦੇ 'ਚ ਉਹਨਾਂ ਨੇ 14 ਸਾਲ ਦੀ ਸਜ਼ਾ ਪੂਰੀ ਕਰ ਲਈ ਤੇ ਉਹਨਾਂ ਦਾ ਜੇਲ੍ਹ 'ਚ ਆਚਰਣ ਠੀਕ ਰਿਹਾ ਤੇ ਉਹਨਾਂ ਨੂੰ ਰਿਹਾ ਕਰਤਾ। ਕਾਨੂੰਨ ਵਿਵਸਥਾ ਲਈ ਖਤਰਾ ਨਹੀਂ ਸੀ। ਇਹ ਜਿਹੜਾ ਸਿੱਖਬੰਦੀ ਕਰਦੇ ਆ, ਪਹਿਲੀ ਗੱਲ ਤਾਂ ਇਹ ਗੁਰੂ ਨਾਨਕ ਦੇ ਵਿਚਾਰ ਨੂੰ ਮੰਨਦੇ ਹੀ ਨਹੀਂ। ਉਹਨਾਂ ਨੇ ਕਿਹਾ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨਵੋ। ਬਈ ਭਾਈ ਤੁਸੀਂ ਬਾਕੀਆਂ ਦੀ ਗੱਲ ਕਿਉਂ ਨਹੀਂ ਕਰਦੇ? ਸਿੱਖ ਤਾਂ ਜ਼ੁਲਮ ਦੇ ਖਿਲਾਫ ਖੜਾ ਹੁੰਦਾ। ਇਹ ਕਿਹੜਾ ਜ਼ੁਲਮ ਹੋ ਰਿਹਾ? ਜਿਨ੍ਹਾਂ ਲੋਕਾਂ ਨੇ ਕ੍ਰਾਈਮ ਕੀਤੇ ਨੇ ਉਹਨਾਂ ਦੇ ਬਾਰੇ ਇਹ ਗੱਲ ਕਰ ਰਹੇ ਆ। ਛੱਡ ਦਿਓ ਜੀ ਇਹਨਾਂ ਨੂੰ, ਛੱਡ ਦਿਓ। ਤਾਂ ਸਟੇਟ ਗਵਰਨਮੈਂਟ ਨੇ ਪਹਿਲੀ ਗੱਲ ਤਾਂ ਰਿਕਮੈਂਡੇਸ਼ਨ ਦੇਣੀ ਹੈ, ਉਹਨਾਂ ਤੋਂ ਲਓ। ਹੁਣ ਕੇਜਰੀਵਾਲ ਨਹੀਂ ਦਿੰਦੇ ਤਾਂ ਉਹਦੇ 'ਚ ਕੀ ਕਰ ਸਕਦੇ ਆ? ਤੇ ਪਾਕਿਸਤਾਨ ਤੋਂ ਖਬਰ ਹੈ, ਪਾਕਿਸਤਾਨ ਦੇ ਵਿੱਚ ਜਬਰੀ ਧਰਮ ਪਰਿਵਰਤਨ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ। ਇੱਕ ਸਿੱਖ ਲੜਕੀ ਦੀਨਾ ਕੌਰ ਨੂੰ ਪਹਿਲਾਂ ਅਗਵਾ ਕਰ ਲਿਆ ਗਿਆ। ਜੋ ਟੀਚਰ ਹੈ, ਲੜਕੀ ਪੇਸ਼ੇ ਤੋਂ ਅਧਿਆਪਕ ਹੈ, ਉਸ ਲੜਕੀ ਨੂੰ ਪਹਿਲਾਂ ਅਗਵਾ ਕੀਤਾ ਗਿਆ ਤੇ ਫਿਰ ਉਸ ਤੋਂ ਬਾਅਦ ਉਸ ਦਾ ਧਰਮ ਬਦਲਵਾ ਕੇ ਉਸ ਨਾਲ ਨਿਕਾਹ ਕੀਤਾ ਗਿਆ। ਖੈਬਰ ਪਖਤੂਨਖਵਾ ਦੇ ਪੀਰ ਬਾਬਾ ਤੋਂ ਇਸ ਲੜਕੀ ਨੂੰ ਅਗਵਾ ਕੀਤਾ ਗਿਆ और परिवार का दोष है कि शिकायत देने के बावजूद भी मुकदमा दर्ज नहीं होया। परिवार हुण इंसाफ की गुहार लगा रहा है। आज जो हमारे साथ ज्यादती हुई है, आज जो हमारे साथ जुल्म हुआ है, आज जो हमारे ऊपर हमला हुआ है, ये एहतजाज उस वक्त तक जारी रहेगा जब तक हमारी बच्ची हमें वापस नहीं मिल जाती। हमारी बच्ची कल से इंतजामिया ने अगवा करवाई थी। बुनेर की इंतजामिया इसमें मुलव्वस है। बुनेर की इंतजामिया ने उसे अपनी जबरदस्ती टॉर्चर करके
उससे बिना बयानी हल्फी लिए उसका निकाहनामा करवाया है, उसको अपने पास रखा है, हमें वर्गलाते रहे, पूरा दिन हमें वर्गलाते रहे। थाने में हमारी एफआईआर दर्ज नहीं करवाई उन्होंने। ਅੱਜ ਪਾਕਿਸਤਾਨ ਦੇ ਕੇਪੀ ਕੀ ਪ੍ਰੋਵਿੰਸ ਦੇ ਅੰਦਰ ਸਵਾਰ ਡਿਸਟ੍ਰਿਕਟ ਦੇ ਅੰਦਰ ਫਿਰ ਇੱਕ ਬੱਚੀ ਨੂੰ ਅਗਵਾ ਕਰ ਲਿਆ ਗਿਆ। ਦੀਨਾ ਕੌਰ ਨਾਮ ਦੀ ਇਹ ਬੇਟੀ ਜੋ ਗੁਰਬਚਨ ਸਿੰਘ ਦੀ ਬੇਟੀ ਆ, ਜੋ ਕਿ ਇੱਕ ਟੀਚਰ ਆ, ਕੱਲ ਜਦੋਂ ਆਪਣੇ ਸਕੂਲ ਜਾਂਦੀ ਆ ਉੱਥੋਂ ਨੂੰ ਅਗਵਾ ਕਰ ਲਿਆ ਜਾਂਦਾ ਹੈ। ਉਹਦੇ ਮਾਪੇ ਜਦੋਂ ਪੁਲਿਸ ਸਟੇਸ਼ਨ ਕੰਪਲੇਂਟ ਲਿਖਾਉਣ ਜਾਂਦੇ ਹੋ, ਪੁਲਿਸ ਉਹਦੀ ਕੰਪਲੇਂਟ ਦਰਜ ਨਹੀਂ ਕਰਦੀ। ਪੁਲਿਸ ਦੇ ਬਾਰ-ਬਾਰ ਅਗਵਾ ਕਰਨ ਤੇ ਕੁਝ ਕਾਰਵਾਈ ਨਹੀਂ ਹੁੰਦੀ ਔਰ ਅਚਾਨਕ ਕੁਝ ਘੰਟੇ ਬਾਅਦ ਪਤਾ ਲੱਗਦਾ ਹੈ ਕਿ ਦੀਨਾ ਕੌਰ ਦਾ ਨਾਮ ਬਦਲ ਦਿੱਤਾ ਗਿਆ, ਉਹਦਾ ਧਰਮ ਬਦਲ ਦਿੱਤਾ ਗਿਆ ਹੈ ਔਰ ਉਹਦਾ ਨਿਕਾਹ ਕਰ ਦਿੱਤਾ ਗਿਆ ਹੈ। ਪੁਲਿਸ ਕਹਿੰਦੀ ਹੈ ਬੇਟੀ ਹੁਣ ਤੁਹਾਡੀ ਨਹੀਂ ਰਹੀ, ਇਹਦਾ ਨਿਕਾਹ ਹੋ ਗਿਆ ਹੈ, ਇਹ ਉਹਨਾਂ ਦੀ ਬੇਟੀ ਜਿਨ੍ਹਾਂ ਦੇ ਕੋਲ ਆ। ਮਾਪੇ ਅੱਜ ਸੜਕਾਂ ਤੇ ਬੈਠੇ ਨੇ, ਉੱਥੋਂ ਦੇ KPK ਦੇ ਸਿੱਖ ਜਿਹੜੇ ਸੜਕਾਂ ਤੇ ਚੀਕਾਂ ਮਾਰ ਰਹੇ ਨੇ, ਰੌਲਾ ਪਾ ਰਹੇ ਨੇ, ਪ੍ਰੋਟੈਸਟ ਕਰ ਰਹੇ ਨੇ, ਪਰ ਉਹਨਾਂ ਦੀ ਕੋਈ ਗੱਲ ਸੁਣਨ ਵਾਲਾ ਨਹੀਂ। ਮੈਂ ਭਾਰਤ ਦੇ ਵਿਦੇਸ਼ ਮੰਤਰਾਲਿਆਂ ਨੂੰ ਇਹ ਬੇਨਤੀ ਕਰਦਾ, ਵਿਦੇਸ਼ ਮੰਤਰੀ ਜੀ ਨੂੰ ਬੇਨਤੀ ਕਰਦਾ, ਤੁਰੰਤ ਇਸ ਤੇ ਕਾਰਵਾਈ ਕਰੋ। ਤੇ ਇਸ ਤੋਂ ਬਾਅਦ ਉਸ ਸਿੱਖ ਲੜਕੀ ਦੀਨਾ ਕੌਰ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਜਿਸ ਵਿੱਚ ਉਹ ਕਹਿ ਰਹੀ ਹੈ ਕਿ ਉਸਨੇ ਆਪਣੀ ਮਰਜ਼ੀ ਨਾਲ ਨਿਕਾਹ ਕੀਤਾ है। वो वीडियो भी तुहानू दिखाते हैं। और मैं त्रिपुरा से ताल्लुक़ रखती हूँ। मेरी क्वालिफिकेशन जो है वो मास्टर है और मैं एक हाई स्कूल में टीचिंग करती हूँ सिटी पोस्ट पे। आज मैंने अपनी मर्जी से शादी की है एक मुसलमान लड़के के साथ, इसलिए की है क्योंकि मैंने इस्लामियात को स्टडी किया था, इस्लामी तालीमात से मुतासिर हुई, इसलिए मैंने इस्लाम कबूल किया। लेकिन अब मेरे खानदान वाले चाहते हैं कि मैं दारुल मान जाऊँ, लेकिन मैं वहाँ पे नहीं जाना चाहती। जहाँ पे ये जाएंगे मैं इनके साथ जाऊँगी। दीना कुमारी है और मैं त्रिपुरा से ताल्लुक़ रखती हूँ। मेरी क्वालिफिकेशन जो है वो मास्टर है और मैं एक हाई स्कूल में टीचिंग करती हूँ सिटी पोस्ट पे। आज मैंने अपनी मर्जी से शादी की है एक मुसलमान लड़के के साथ, इसलिए की है क्योंकि मैंने इस्लामियात को स्टडी किया था, इस्लामी तालीमात से मुतासिर हुई, इसलिए मैंने इस्लाम कबूल किया। लेकिन अब मेरे खानदान वाले चाहते हैं कि मैं दारुल मान जाऊँ, लेकिन मैं वहाँ पे नहीं जाना चाहती। जहाँ पे ये जाएंगे मैं इनके साथ जाऊँगी। दीना कुमारी। ਤੇ ਗੱਲ ਕਰਦੇ ਆ ਕਿਸਾਨਾਂ ਦੀ। ਕਿਸਾਨਾਂ ਵੱਲੋਂ ਟਿਕਰੀ ਬਾਰਡਰ ਜਾਮ ਕੀਤਾ ਗਿਆ ਹੈ। ਟਿਕਰੀ ਬਾਰਡਰ ਤੇ ਕਿਸਾਨ ਫਿਰ ਪਹੁੰਚੇ ਨੇ। ਦਿੱਲੀ ਪੁਲਿਸ ਤੇ ਰੋਕੇ ਜਾਣ ਤੋਂ ਬਾਅਦ ਜਾਮ ਲਾਇਆ। ਕਿਸਾਨ ਦਰਅਸਲ ਦਿੱਲੀ ਵੱਲ ਜਾ ਰਹੇ ਸੀ। ਸੋਮਵਾਰ ਨੂੰ ਜੰਤਰ ਮੰਤਰ ਤੇ ਮਹਾਪੰਚਾਇਤ ਬੁਲਾਈ ਹੋਈ ਹੈ। ਟਿਕਰੀ ਬਾਰਡਰ ਤੇ ਕਿਸਾਨਾਂ ਦੇ ਕਾਫਲੇ ਨੂੰ ਰੋਕ ਲਿਆ ਗਿਆ। ਉਸ ਤੋਂ ਬਾਅਦ ਕਿਸਾਨ ਉੱਥੇ ਹੀ ਧਰਨੇ ਤੇ ਬੈਠ ਗਏ। ਅੱਜ ਦਿੱਲੀ ਦੇ ਰਕਾਬਗੰਜ ਸਾਹਿਬ ਤੇ ਬੰਗਲਾ ਸਾਹਿਬ ਤੱਕ ਕਿਸਾਨਾਂ ਨੇ ਜਾਣ ਦਾ ਪ੍ਰੋਗਰਾਮ ਮਿੱਥਿਆ ਹੋਇਆ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਤੇ ਬੰਗਲਾ ਸਾਹਿਬ ਇਕੱਠੇ ਹੋਣਾ ਸੀ ਤੇ ਉਸ ਤੋਂ ਬਾਅਦ ਕੱਲ ਜੰਤਰ ਮੰਤਰ ਤੇ ਧਰਨਾ ਦੇਣਾ ਹੈ। ਪਰ ਟਿਕਰੀ ਬਾਰਡਰ ਤੇ ਕਿਸਾਨ ਜਦੋਂ ਉਸ ਪਾਸੇ ਵੱਲ ਜਾ ਰਹੇ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਰੋਕਿਆ ਔਰ ਉਸ ਤੋਂ ਬਾਅਦ ਕਿਸਾਨਾਂ ਨੇ ਟਿਕਰੀ ਬਾਰਡਰ ਜਾਮ ਕਰ ਦਿੱਤਾ। ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਦੋਂ ਟਿਕਰੀ ਬਾਰਡਰ ਤੇ ਕਿਸਾਨਾਂ ਨੂੰ ਰੋਕਿਆ ਗਿਆ, ਜਿਹੜੇ ਜੰਤਰ ਮੰਤਰ ਤੇ ਪ੍ਰਦਰਸ਼ਨ ਕਰਨ ਦੇ ਲਈ ਜੋ ਮਹਾਪੰਚਾਇਤ ਜਿਹੜੀ ਹੈ ਬੁਲਾਈ ਗਈ ਸੀ, ਮਹਾਪੰਚਾਇਤ ਦੇ ਲਈ ਕਿਸਾਨ ਇਕੱਠੇ ਹੋ ਕੇ ਜਾ ਰਹੇ ਸੀ। ਇਹ ਦਿਨ ਵੇਲੇ ਦੀਆਂ ਤਸਵੀਰਾਂ ਨੇ ਜਦੋਂ ਕਿਸਾਨ ਪਹੁੰਚਣੇ ਸ਼ੁਰੂ ਹੋਏ ਸੀ ਔਰ ਹੁਣ ਦੀ ਉੱਥੇ ਸਥਿਤੀ ਇਹ ਹੈ ਕਿ ਉੱਥੇ ਜਾਮ ਲੱਗ ਚੁੱਕਿਆ ਹੈ, ਜਾਮ ਦੀ ਸਥਿਤੀ ਹੋ ਚੁੱਕੀ ਹੈ। ਇਹ ਦਿਨ ਵੇਲੇ ਦੀਆਂ ਤਸਵੀਰਾਂ ਸੀ ਜਦੋਂ ਕਿਸਾਨਾਂ ਦੀਆਂ ਗੱਡੀਆਂ ਨੂੰ ਜਦੋਂ ਇੱਕ ਇੱਕ ਕਰਕੇ ਉਹ ਜਾ ਰਹੇ ਸੀ ਗੱਡੀਆਂ ਦੇ ਵਿੱਚ ਤਾਂ ਉਹਨਾਂ ਨੂੰ ਉੱਥੇ ਰੋਕਿਆ ਜਾ ਰਿਹਾ ਸੀ। ਪਰ ਹੁਣ ਉੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇਕੱਠੇ ਹੋ ਚੁੱਕੇ ਨੇ, ਵੱਡੀ ਤਾਦਾਦ ਦੇ ਵਿੱਚ ਇਕੱਠੇ ਹੋ ਚੁੱਕੇ ਨੇ ਟਿਕਰੀ ਬਾਰਡਰ ਤੇ ਔਰ ਉੱਥੇ ਹੁਣ ਜਾਮ ਦੀ ਸਥਿਤੀ ਬਣੀ ਹੋਈ ਹੈ। ਟਿਕਰੀ ਬਾਰਡਰ ਜਿੱਥੇ ਪਹਿਲਾਂ 1 ਸਾਲ ਤੱਕ ਧਰਨਾ ਚੱਲਿਆ ਹੈ, ਟਿਕਰੀ ਬਾਰਡਰ 2 ਥਾਵਾਂ ਤੇ ਧਰਨਾ ਚੱਲਦਾ ਰਿਹਾ, ਇੱਕ ਸਿੰਘੂ ਬਾਰਡਰ ਤੇ ਇੱਕ ਟਿਕਰੀ ਬਾਰਡਰ ਤੇ। ਸੋ ਟਿਕਰੀ ਬਾਰਡਰ ਤੇ ਅੱਜ ਦੁਬਾਰਾ ਜਾਮ ਦੀ ਸਥਿਤੀ ਬਣੀ ਹੈ ਜਦੋਂ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਸਾਨ ਪਹੁੰਚ ਰਹੇ ਸੀ। ਸਾਡੇ ਸਹਿਯੋਗੀ ਪ੍ਰਦੀਪ ਧਨਖੜ ਜੁੜੇ ਨੇ ਹੋਰ ਗੱਲਬਾਤ ਦੇ ਲਈ। ਪ੍ਰਦੀਪ, ਪਹਿਲਾਂ ਤਾਂ ਸਾਰੀ ਸਥਿਤੀ ਸਮਝਣਾ ਚਾਹਾਂਗੇ ਇਸ ਵੇਲੇ ਕੀ ਮਾਹੌਲ ਹੈ ਟਿਕਰੀ ਬਾਰਡਰ ਤੇ? जी, टिकरी बॉर्डर पर माहौल बेहद तनाव बना हुआ है क्योंकि दिल्ली पुलिस और किसान आमने सामने जो है आए हुए हैं। करीब 15 मिनट तक दिल्ली रोहतक राष्ट्रीय राजमार्ग संख्या 9 भी जाम रहा है। दरअसल जो किसान है वो जंतर मंतर पर प्रदर्शन करने के लिए जा रहे थे। दिल्ली के रकाबगंज गुरुद्वारा के साथ साथ बंगला साहिब गुरुद्वारा में उन्हें रात को ठहरना था और सुबह 10 बजे
जंतर मंतर पर प्रदर्शन के लिए शामिल होना था, लेकिन दिल्ली पुलिस ने पहले ही तैयारियां शुरू कर दी थी। किसी भी किसान को अंदर जाने की परमिशन नहीं दी जा रही है। यहाँ से काफी सारे किसानों के वाहनों को यू टर्न भी दिलवाया गया है। दिल्ली के टिकरी बॉर्डर पर भारी संख्या में पुलिस बल तैनात है। किसान आंदोलन के दौरान जो हमने देखा था कि लोहे और सीमेंट के बैरिकेड्स लगा दिए गए थे सड़क पर, वो बैरिकेड्स एक बार फिर से सड़क पर आ गए हैं। किसानों की संख्या में वृद्धि होती जा रही है। लगातार किसान जो है पंजाब, हरियाणा और राजस्थान के विभिन्न हिस्सों से यहाँ पर आ रहे हैं, लेकिन फिलहाल जो पुलिस की संख्या है वो काफी ज्यादा है, तो पुलिस ने किसानों को फिलहाल रोक दिया है और किसानों ने भी गुस्से में आकर 15 मिनट तक जाम कर दिया था, लेकिन बाद में पुलिस और किसानों के बीच में सहमति बनी और जाम को खोल दिया गया है। हालांकि दिल्ली पुलिस ने दिल्ली में एंट्री करने की परमिशन किसी भी किसान को नहीं दी है। किसानों का साफ तौर पर कहना है कि वे अपने निजी वाहनों में सवार होकर यहां तक पहुंचे हैं, उन्हें प्रदर्शन में शामिल होना है। इसलिए जो महापंचायत किसान संगठनों की ओर से बुलाई गई थी उस प्रदर्शन में जाने के लिए किसान पहुंच रहे हैं, लेकिन अभी दिल्ली पुलिस रास्ते में रोड़ा अटकाए हुए है। लगातार जो सीमेंट और जो लोहे के बैरिकेड्स हैं वो यहाँ पर खड़े किए गए हैं, लेकिन रास्ता अभी पूरी तरह से जो है वो अवरुद्ध नहीं हुआ है। सिर्फ एक लेन से ही हरियाणा से राजधानी दिल्ली में वाहनों को प्रवेश की अनुमति दी गई है। सभी वाहनों की चेकिंग की जा रही है और फिलहाल जो किसान है वो टिकरी बॉर्डर पर जमा होने शुरू हो गए हैं। तो प्रदीप, किसानों का कोई भी व्हीकल मतलब आगे नहीं जाने दिया जा रहा? जी बिल्कुल, किसी भी किसानों के व्हीकल को आगे नहीं जाने दिया जा रहा है। हालांकि काफी सारे किसान जो हैं रेल में सवार होकर दिल्ली पहुंच चुके हैं, लेकिन जो निजी वाहनों में सवार होकर राष्ट्रीय राजमार्ग के जरिए दिल्ली में एंटर होने की कोशिश कर रहे हैं उन किसानों को यहाँ पर रोका जा रहा है। दिल्ली पुलिस ने साफ कर दिया है कि किसी भी किसान को अंदर नहीं जाने दिया जाएगा, लेकिन किसान इससे गुस्सा गए हैं, गुस्से में हैं और किसान भी साफ कह रहे हैं कि सुबह के समय जब काफी संख्या में किसान यहाँ पर इकट्ठे हो जाएंगे तो दिल्ली पुलिस का विरोध करेंगे और अंदर जाकर ही मानेंगे, अपना प्रदर्शन कर ही वापस लौटेंगे। किसानों का ये भी कहना है कि वो एक दिन का शांतिपूर्ण प्रदर्शन करने के लिए आए हैं, वो प्रदर्शन कर वापस चले जाएंगे। इस बार किसान ट्रैक्टर ट्रॉलियों में सवार होकर नहीं बल्कि अपने निजी वाहनों में दिल्ली की तरफ जा रहे हैं, लेकिन उसके बावजूद भी दिल्ली पुलिस ने एहतियातन रूप से उनको रोकने का काम किया है और सुरक्षा की दृष्टि से काफी सारी संख्या में पुलिस जवानों की ड्यूटी लगाई गई है। दिल्ली के 4 थानों की पुलिस टिकरी बॉर्डर पर ही मौजूद है। इतना ही नहीं, किसी भी अप्रिय स्थिति से निपटने के लिए जो बहादुरगढ़ पुलिस है उसके भी काफी सारे थानों की पुलिस तैनात की गई है। हालांकि हरियाणा पुलिस की तरफ से किसानों को नहीं रोका जा रहा है, सिर्फ दिल्ली पुलिस ही जो है किसानों को रोकने का काम कर रही है। जी, तो अभी कितनी तादाद है प्रदीप वहां पे किसानों की, या कितने व्हीकल्स हैं जो टिकरी बॉर्डर पे हैं? जी, करीब 50 के आसपास जो व्हीकल हैं वो अभी टिकरी बॉर्डर पर मौजूद हैं, क्योंकि दोपहर से ही किसानों को रोकने का काम किया जा रहा है। जो भी किसान टिकरी बॉर्डर पहुंच रहा है और दिल्ली में एंटर करने की कोशिश कर रहा है तो दिल्ली पुलिस उन किसानों को समझा बुझा कर यू टर्न करवा रही थी, लेकिन जैसे ही पंजाब से 2 बसें भरकर आई तो किसानों में गुस्सा आ गया और एकजुटता देखते हुए उन्होंने दिल्ली रोहतक राष्ट्रीय राजमार्ग पर जाम लगा दिया पूरी तरह से। करीब 15 मिनट तक ये यातायात यहाँ पर बाधित रहा। उसके बाद पुलिस और किसानों के बीच में सहमति बनी है कि आप रास्ते को बाधित ना करें, तो उसके बाद किसानों ने रास्ते को खोल दिया है। 15 मिनट तक जाम की स्थिति रही थी, लेकिन अब किसान जो है एकत्रित हो रहे हैं। सुबह के समय काफी सारी संख्या में यहाँ पर किसान पहुंच सकते हैं और उसके बाद जो स्थिति है तनावपूर्ण हो सकती है। जी ठीक है, शुक्रिया प्रदीप इस जानकारी ਦੇ ਲਈ। ਤਾਂ ਟਿਕਰੀ ਬਾਰਡਰ ਦੀਆਂ ਤਸਵੀਰਾਂ ਨੇ ਜਿੱਥੇ ਕਿਸਾਨਾਂ ਦੀਆਂ ਬੱਸਾਂ ਦੇਖੀਆਂ ਜਾ ਸਕਦੀਆਂ ਨੇ। ਹਾਲਾਂਕਿ ਉਹ ਟਰੈਕਟਰ ਟਰਾਲੀਆਂ ਤੇ ਨਹੀਂ ਗਏ, ਆਪਣੇ ਕੁਝ ਕਾਰਾਂ ਦੇ ਵਿੱਚ ਔਰ ਨਿੱਜੀ ਵਾਹਨ ਜਿਹੜੇ ਨੇ ਔਰ ਬੱਸਾਂ ਦੇ ਵਿੱਚ ਉੱਥੇ ਕਿਸਾਨ ਪਹੁੰਚੇ ਨੇ। ਮੰਗ ਉਹਨਾਂ ਦੀ ਇਹੀ ਹੈ ਕਿ ਜੋ ਮਹਾਪੰਚਾਇਤ ਬੁਲਾਈ ਗਈ ਹੈ ਉਹਨਾਂ ਨੂੰ ਉਸ ਮਹਾਪੰਚਾਇਤ 'ਚ ਸ਼ਾਮਲ ਹੋਣ ਦਿੱਤਾ ਜਾਵੇ ਔਰ ਉਹ ਸ਼ਾਂਤਮਈ ਤਰੀਕੇ ਨਾਲ ਆਪਣਾ ਪ੍ਰਦਰਸ਼ਨ ਕਰਕੇ ਵਾਪਸ ਚਲੇ ਜਾਣਗੇ। ਪਰ ਦਿੱਲੀ ਪੁਲਿਸ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਹੈ, ਬਾਰਡਰ ਤੇ ਹੀ ਦਿੱਲੀ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ, ਜਿਸ ਨੂੰ ਲੈ ਕੇ ਸਥਿਤੀ ਤਣਾਅਪੂਰਨ ਜਿਹੜੀ ਹੈ ਬਣੀ ਹੋਈ ਹੈ। ਸਾਡੇ ਨਾਲ ਬੂਟਾ ਸਿੰਘ ਬੁਰਜਗਿੱਲ ਜੁੜੇ ਨੇ, ਕਿਸਾਨ ਆਗੂ ਨੇ। ਬੂਟਾ ਸਿੰਘ ਜੀ, ਕਿਵੇਂ ਦੇਖ ਰਹੇ ਹੋ ਤੁਸੀਂ ਟਿਕਰੀ ਬਾਰਡਰ ਤੇ ਗੱਡੀਆਂ ਰੋਕੀਆਂ ਹੋਈਆਂ ਕਿਸਾਨਾਂ ਦੀਆਂ ਤਸਵੀਰਾਂ ਆ ਰਹੀਆਂ ਨੇ ਸਾਡੇ ਕੋਲੇ, ਅਸੀਂ ਦਿਖਾ ਰਹੇ ਹਾਂ ਟੀਵੀ ਸਕਰੀਨ ਤੇ। ਤੁਹਾਡੇ ਧਿਆਨ 'ਚ ਹੈ ਕਿ ਉੱਥੇ ਰੋਕਿਆ ਗਿਆ? ਤੁਸੀਂ ਉੱਥੇ ਹੀ ਹੋ ਜਾਂ ਕਿਸੇ ਹੋਰ ਜਗ੍ਹਾ ਹੋ? ਨਹੀਂ, ਅਸੀਂ ਤਾਂ ਅੱਜ ਲਖੀਮਪੁਰ ਖੀਰੀ ਤੋਂ ਪੰਜਾਬ ਪਰਤੇ ਹਾਂ ਜੀ। ਇਹਨਾਂ ਦਾ ਉੱਥੇ ਚੱਲਦਾ ਸੀ ਨਾ ਪ੍ਰੋਗਰਾਮ ਲਖੀਮਪੁਰ ਖੀਰੀ ਅਜੇ ਮਿੱਤਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ। ਹਾਂਜੀ ਹਾਂਜੀ। ਤੇ ਅਜੇ ਬਸ ਪੰਜਾਬ ਪਹੁੰਚੇ ਹੀ ਹਾਂ ਅਸੀਂ ਆਪੋ ਆਪਣੇ ਘਰਾਂ ਦੇ ਵਿੱਚ। ਅੱਛਾ, ਤੁਸੀਂ ਜੰਤਰ ਮੰਤਰ ਤੇ ਨਹੀਂ ਜਾਣਾ ਸੀ? ਹੈਲੋ, ਤੁਸੀਂ ਜੰਤਰ ਮੰਤਰ ਤੇ ਨਹੀਂ ਜਾਣਾ ਸੀ ਮਹਾਪੰਚਾਇਤ 'ਚ?
ਨਹੀਂ ਮਹਾਪੰਚਾਇਤ ਨਹੀਂ ਸੀ ਇਹ ਜਿਹੜਾ BM ਸਿੰਘ ਹੈ ਨਾ, ਹਾਂਜੀ, ਯੂਪੀ ਵਾਲਾ BM ਸਿੰਘ, ਉਹਦਾ ਪ੍ਰਦਰਸ਼ਨ ਸੀਗਾ ਅੱਜ। ਉਹ ਹੈ ਨਹੀਂ ਸੰਯੁਕਤ ਮੋਰਚੇ ਦੇ ਵਿੱਚ। ਠੀਕ ਹੈ। ਹਾਂ ਉਹਨਾਂ ਦਾ ਪ੍ਰਦਰਸ਼ਨ ਸੀ ਤੇ ਬਹੁਤਾ ਸਾਨੂੰ ਪਤਾ ਵੀ ਨਹੀਂ ਲੱਗਿਆ ਅਜੇ ਤੱਕ ਵੀ ਇੱਥੇ ਕੀ ਹੋਇਆ ਜਾਂ ਕੀ ਨਾ ਹੋਇਆ। ਨਹੀਂ, ਪਰ ਜਿਹੜੇ ਇਹ ਸਿੱਧੂਪੁਰ ਜਥੇਬੰਦੀ ਦੇ ਹੈ ਜਿਹੜੇ ਟਿਕਰੀ ਬਾਰਡਰ ਤੇ ਨੇ ਕਿਸਾਨ। ਅੱਛਾ, ਹਾਂ, ਇਹਨਾਂ ਦਾ ਕੱਲ ਨੂੰ ਇੱਥੇ ਪ੍ਰਦਰਸ਼ਨ ਜੰਤਰ ਮੰਤਰ ਦੇ ਵਿੱਚ, ਉਸੇ ਲਈ ਜੰਤਰ ਮੰਤਰ ਤੇ ਉਸੇ ਪ੍ਰਦਰਸ਼ਨ ਦੇ ਲਈ ਇਹ ਜਾ ਰਹੇ ਨੇ। ਇਹਨਾਂ ਨੂੰ ਟਿਕਰੀ ਬਾਰਡਰ ਤੇ ਰੋਕ ਲਿਆ ਗਿਆ ਦਿੱਲੀ ਪੁਲਿਸ ਨੇ। ਇਹ ਵੱਖਰੇ ਹੈ ਨਾ, ਹੁਣ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਰਹੇ ਇਹ। ਸਿੱਧੂਪੁਰ ਜਥੇਬੰਦੀ ਵੀ, ਹਾਂ, ਸਿੱਧੂਪੁਰ ਜਥੇਬੰਦੀ ਇਹ ਵੱਖਰੀ ਹੋ ਚੁੱਕੀ ਹੈ। ਵੱਖਰਾ ਹੀ ਪ੍ਰੋਗਰਾਮ ਦਿੱਤਾ ਇਹਨਾਂ ਨੇ। ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ SKM ਨੇ, ਸੰਯੁਕਤ ਕਿਸਾਨ ਮੋਰਚੇ ਨੇ ਜੀ 3 ਦਿਨ ਦਾ ਪ੍ਰੋਗਰਾਮ ਦਿੱਤਾ ਸੀ ਲਖੀਮਪੁਰ ਖੀਰੀ ਦੇ ਵਿੱਚ ਅਜੇ ਮਿਸ਼ਰਾ ਦੀ ਗ੍ਰਿਫਤਾਰੀ ਨੂੰ ਲੈ ਕੇ। ਠੀਕ ਹੈ। ਇਹ ਉੱਥੇ ਵੀ ਨਹੀਂ ਪਹੁੰਚੇ। ਇਹ ਸਿਰਫ ਤੇ ਸਿਰਫ ਕੱਲ ਨੂੰ ਜੰਤਰ ਮੰਤਰ ਚੌਂਕ 'ਚ ਜਾਣਾ ਚਾਹੁੰਦੇ ਆ, ਇਕੱਲੇ ਹੀ ਆ ਇਹ। ਸੋ ਬੂਟਾ ਸਿੰਘ ਜੀ, ਤੁਸੀਂ ਵੀ ਸਮਝਦੇ ਵੀ ਇਹਦੇ ਬਾਵਜੂਦ ਅਸੀਂ ਇਹ ਕਹਾਂਗੇ, ਹਾਂਜੀ, ਕਿ ਇਹਦੇ ਬਾਵਜੂਦ ਅਸੀਂ ਮਤਲਬ ਇਹ ਕਹਾਂਗੇ ਕਿ ਜਮਹੂਰੀਅਤ ਹੈ, ਸਭ ਦਾ ਡੈਮੋਕ੍ਰੇਸੀ ਹੈ। ਹਰ ਇੱਕ ਨੂੰ ਮਤਲਬ ਆਪਦੀ ਰਾਜਧਾਨੀ ਦੇ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦਾ ਜਮਹੂਰੀ ਹੱਕ ਹੈ। ਉਹਨਾਂ ਤੇ ਰੋਕ ਲਾਉਣਾ ਇਹ ਠੀਕ ਨਹੀਂ ਹੈ। ਨਹੀਂ, ਪਰ ਬੂਟਾ ਸਿੰਘ ਜੀ, ਤੁਸੀਂ ਨਹੀਂ ਸਮਝਦੇ ਵੀ ਇਸ ਤਰੀਕੇ ਨਾਲ ਵੱਖੋ ਵੱਖਰੇ ਜੇ ਪ੍ਰੋਗਰਾਮ ਲੈ ਕੇ ਚੱਲਣਾ ਤਾਂ ਕਿਤੇ ਨਾ ਕਿਤੇ ਅਸਲ ਦੇ ਵਿੱਚ ਪ੍ਰਦਰਸ਼ਨ ਕਰਨ ਦਾ ਜਾਂ ਇਸ ਤਰੀਕੇ ਦਾ ਇਕੱਠ ਕਰਨ ਦਾ ਮਕਸਦ ਤਾਂ ਇਹੀ ਹੁੰਦਾ ਕਿ ਇੱਕ ਪ੍ਰੈਸ਼ਰ ਬਿਲਡ ਕੀਤਾ ਜਾਵੇ, ਇੱਕ ਦਬਾਅ ਦੇ ਵਿੱਚ ਲੈ ਕੇ ਆਇਆ ਜਾਵੇ ਸਰਕਾਰਾਂ ਨੂੰ। ਪਰ ਜੇ ਇਸ ਤਰੀਕੇ ਨਾਲ ਅੱਡੋ ਅੱਡੀ ਚੱਲਿਆ ਜਾਊਗਾ ਤਾਂ ਫਿਰ ਉਹ ਪ੍ਰੈਸ਼ਰ ਉਸ ਤਰੀਕੇ ਦਾ ਨਹੀਂ ਰਹਿੰਦਾ। ਇਹ ਤੁਸੀਂ ਵੀ ਸਮਝਦੇ ਹੋ? ਨਹੀਂ, ਦੇਖੋ, ਅਸੀਂ ਸਮਝਦੇ ਹਾਂ, ਅਸੀਂ ਬਹੁਤ ਚਿਰ ਤੋਂ ਲੱਗੇ ਹੋਏ ਹਾਂ ਸੰਯੁਕਤ ਕਿਸਾਨ ਮੋਰਚੇ ਨੂੰ। ਜਦੋਂ ਦਿੱਲੀ ਦੇ ਵਿੱਚੋਂ ਸਮਾਪਤੀ ਕਰਕੇ ਆਏ, ਇਹਨੂੰ ਪੋਸਟਪੋਨ ਕਰਕੇ ਆਏ ਆ, ਉਸ ਤੋਂ ਬਾਅਦ ਇਲੈਕਸ਼ਨਾਂ ਆ ਗਈਆਂ ਸੀ ਜੀ। ਵੱਖ-ਵੱਖ ਜਥੇਬੰਦੀਆਂ ਦੇ ਵਿਚਾਰ ਹੈ, ਕੋਈ ਇਲੈਕਸ਼ਨ ਲੜਦਾ ਹੈ, ਕੋਈ ਬਾਈਕਾਟ ਕਰਦਾ ਹੈ, ਕੋਈ ਸਪੋਰਟ ਕਰਦਾ, ਕੋਈ ਇਲੈਕਸ਼ਨ ਨਹੀਂ ਲੜਦਾ ਜੀ। ਉਹ ਇੱਕ ਵਾਰ ਜਿਹੜੀ ਤਰੇੜ ਆਈ ਸੀ ਨਾ, ਉਹ ਤਰੇੜ ਅਸੀਂ ਭਰਨ ਦੇ ਵਿੱਚ ਮਤਲਬ ਕਾਮਯਾਬ ਹੋਏ ਆ। ਸੰਯੁਕਤ ਮੋਰਚੇ ਨੇ ਇਕਜੁੱਟ ਕੀਤਾ। ਪੰਜਾਬ ਦੀਆਂ 31 ਜਥੇਬੰਦੀਆਂ ਲਖੀਮਪੁਰ ਖੀਰੀ ਦੇ ਵਿੱਚ ਗਈਆਂ। 32 ਜਥੇਬੰਦੀਆਂ ਲਖੀਮਪੁਰ ਖੀਰੀ ਦੇ ਵਿੱਚ ਗਈਆਂ। ਪਰ ਇਹ ਇਕੱਲਾ ਡੱਲੇਵਾਲ ਹੈ ਜਿਹੜਾ ਇਹ ਪਾਸੇ ਰਹਿ ਰਿਹਾ। ਭਾਵੇਂ ਇਹ ਪਾਸੇ ਵੀ ਰਹਿੰਦਾ ਹੈ, ਫੇਰ ਵੀ ਜੀ ਇਹ ਕਹਾਂਗੇ ਕਿ ਇਹ ਡੈਮੋਕ੍ਰੇਸੀ ਦੇ ਵਿੱਚ ਹਰ ਇੱਕ ਨੂੰ ਹੱਕ ਹੈ ਕਿ ਉਹ ਆਪਦਾ ਰੋਸ ਪ੍ਰਦਰਸ਼ਨ ਕਰੇ, ਆਪਦੀ ਰਾਜਧਾਨੀ ਦੇ ਵਿੱਚ ਜਾਵੇ, ਚਾਹੇ ਸਟੇਟ ਦੀ ਹੈ, ਚਾਹੇ ਮਤਲਬ ਦੇਸ਼ ਦੀ ਹੈ। ਉਹਦੇ ਤੇ ਰੋਕ ਲਾਉਣਾ ਮਤਲਬ ਲੋਕਤੰਤਰ ਦੇ ਵਿੱਚ ਮਾਨੇ ਨਹੀਂ ਰੱਖਦਾ। ਲੋਕਤੰਤਰ ਦਾ ਕਹਾਣਾ ਹੈ। ਇਹਨਾਂ ਨੂੰ ਰੋਕ ਨਹੀਂ ਲਾਉਣੀ ਚਾਹੀਦੀ, ਉਹਨਾਂ ਨੂੰ ਆਪਣਾ ਰੋਸ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਪਹਿਲਾਂ ਅੱਜ ਇਹਨਾਂ ਦੇ ਰਕੇਸ਼ ਟਕੈਤ ਜਾ ਰਹੇ ਸੀ, ਮਤਲਬ ਜਿਹੜਾ ਬੇਰੁਜ਼ਗਾਰਾਂ ਦਾ ਜੰਤਰ ਮੰਤਰ ਦੇ ਵਿੱਚ ਧਰਨਾ ਸੀ। ਹਾਂਜੀ, ਰਕੇਸ਼ ਟਕੈਤ ਨੂੰ ਵੀ ਗ੍ਰਿਫਤਾਰ ਕੀਤਾ ਇਹਨਾਂ ਨੇ, ਦਿੱਲੀ ਪੁਲਿਸ ਨੇ। ਇਹ ਵੀ ਅਸੀਂ ਜ਼ੋਰਦਾਰ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਕਿ ਹਰ ਇੱਕ ਨੂੰ ਜਮਹੂਰੀਅਤ ਹੈਗਾ, ਡੈਮੋਕ੍ਰੇਸੀ ਹੈਗੀ, ਉਹਨਾਂ ਨੂੰ ਆਪਣਾ ਰੋਸ ਪ੍ਰਦਰਸ਼ਨ ਕਰਨ ਦੇਣਾ ਚਾਹੀਦਾ। ਰਕੇਸ਼ ਟਕੈਤ ਹੋਰਾਂ ਨੂੰ ਤਾਂ ਥੋੜੀ ਦੇਰ ਬਾਅਦ ਉਹਨਾਂ ਨੇ ਰਿਲੀਜ਼ ਕਰਤਾ ਸੀ, ਜਿਵੇਂ ਹਿਰਾਸਤ ਦੇ ਵਿੱਚ ਲੈਂਦੀ ਹੁੰਦੀ ਹੈ ਪੁਲਿਸ। ਉਹਨਾਂ ਨੂੰ ਹੱਕ ਤੱਕ ਹੋਇਆ ਨਾ ਉੱਥੇ ਜਾਣ ਦਾ ਉਹਨਾਂ ਨੇ। ਜੀ 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 ਜੀ, ਬਿਲਕੁਲ ਬਿਲਕੁਲ। ਧੰਨਵਾਦ ਬੂਟਾ ਸਿੰਘ ਜੀ ਸਾਡੇ ਨਾਲ ਜੁੜਨ ਲਈ, ਆਪਣੀ ਗੱਲ ਰੱਖਣ ਲਈ। ਤਾਂ ਇਹ BKU ਸਿੱਧੂਪੁਰ ਦਾ ਪ੍ਰਦਰਸ਼ਨ ਹੈ, ਜਿਹੜੀ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਜਥੇਬੰਦੀ ਹੈ। ਔਰ ਜਿਵੇਂ ਬੂਟਾ ਸਿੰਘ ਬੁਰਜਗਿੱਲ ਦੱਸ ਰਹੇ ਸੀ ਕਿ ਭਾਵੇਂ ਜਥੇਬੰਦੀਆਂ ਵੱਖੋ ਵੱਖਰੇ ਤੌਰ ਤੇ ਆਪਣੇ ਪ੍ਰੋਗਰਾਮ ਉਲੀਕ ਰਹੀਆਂ ਨੇ, ਪਰ ਫਿਰ ਵੀ ਕਿਸੇ ਨੂੰ ਰੋਕਣਾ ਸਰਾਸਰ ਗਲਤ ਹੈ, ਕਿਉਂਕਿ ਜਮਹੂਰੀਅਤ ਦੇ ਵਿੱਚ ਹਰ ਕਿਸੇ ਨੂੰ ਹੱਕ ਹੈ ਆਪਣੀ ਆਵਾਜ਼ ਰੱਖਣ ਦਾ। ਸਵੇਰੇ ਧਰਨਾ ਸਾਡਾ, ਹੁਣ ਅਸੀਂ ਰਕਾਬਗੰਜ ਜਾਂ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਪ੍ਰਸ਼ਾਦਾ ਲੈਣਾ ਸੀ। ਇੱਥੇ ਸਾਨੂੰ ਰੋਕਿਆ ਗਿਆ ਵੀ ਤੁਹਾਡਾ ਇਹ ਰੂਟ ਨਹੀਂ। ਹੁਣ ਸਾਨੂੰ ਬੜੀ ਮੁਸ਼ਕਲ ਦੇ ਨਾਲ ਗੱਡੀਆਂ ਵਾਪਸ ਕਰਨੀਆਂ ਪੈਣਗੀਆਂ। ਫਿਰ ਅਸੀਂ ਜਿਹੜਾ ਕਿ ਸਾਡਾ ਆਪ ਦਾ ਰਾਈਟ ਹੈ, ਆਪ ਦੇ ਮਤਲਬ ਗੁਰੂਆਂ ਦਾ ਉਹ ਧਾਮ ਹੈ, ਉੱਥੇ ਵੀ ਸਾਨੂੰ ਇਹ ਮੌਕੇ ਦੀ ਸਰਕਾਰ ਪ੍ਰਸ਼ਾਸਨ ਨੂੰ ਕਹੀ ਬੈਠੀ ਹੈ ਵੀ ਨਹੀਂ ਅੰਦਰ ਜਾਣ ਦੇਣਾ। ਹੁਣ ਸਾਨੂੰ ਘੁੰਮ ਕੇ ਦੂਸਰੇ ਪਾਸੇ ਮਤਲਬ ਰੂਟ ਬਦਲ ਕੇ ਭੇਜਣ ਨੂੰ ਕਹਿੰਦੇ ਨੇ ਵੀ ਅਸੀਂ ਨਾਲ ਛੱਡ ਦਿੰਦੇ ਹਾਂ। ਇੱਕ ਵਾਰ ਅਸੀਂ ਸਰਕਾਰ ਨੂੰ ਇੱਕ ਦਿਨ ਦਾ ਧਰਨਾ ਰੱਖ ਲਿਆ, ਜੇਕਰ ਫਿਰ ਵੀ ਸਰਕਾਰ ਨਾ ਬਾਜ ਆਊ, ਨਾ ਮੰਨੂ, ਤਾਂ ਅਸੀਂ ਅਣਮਿੱਥੇ ਸਮੇਂ ਦੇ ਹਿਸਾਬ ਨਾਲ ਦਿੱਲੀ ਦੇ ਵਿੱਚ ਫਿਰ ਪਿਛਲੇ ਸਾਲ ਵਾਂਗੂ ਬੈਠਾ।